नवा टकरा एलजी ने गृह मंत्रालय ਨੂੰ ਲਿਖੀ ਚਿੱਠੀ ਕਿਹਾ ਦਿੱਲੀ ਸਰਕਾਰ ਲਈ ਮਾਮਲਿਆਂ 'ਚ ਅਦਾਲਤਾਂ ਨੂੰ ਕਰ ਰਹੀ ਗੁੰਮਰਾਹ ਸਰਕਾਰ ਦਾ ਪੈਸਾ ਤੇ ਸਮਾਂ ਕੀਤਾ ਜਾ ਰਿਹਾ ਬਰਬਾਦ। ਕੇਜਰੀਵਾਲ ਦੀ ਗ੍ਰਿਫਤਾਰੀ ਦੇ ਬਾਅਦ ਜੇਲ੍ਹ ਤੋਂ ਮਨੀਸ਼ ਸਿਸੋਦੀਆ ਦੀ ਪਹਿਲੀ ਚਿੱਠੀ ਸਮਰਥਕਾਂ ਤੋਂ ਕਿਹਾ ਜਲਦ ਜੇਲ੍ਹ ਤੋਂ ਆਵਾਂਗਾ ਬਾਹਰ ਸਿੱਖਿਆ ਕ੍ਰਾਂਤੀ ਦੇ ਲਈ ਕੀਤੀ ਕੇਜਰੀਵਾਲ ਦੀ ਤਾਰੀਫ। ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਕੋਰਟ 'ਚ ਇੱਕ ਹੋਰ ਪਟੀਸ਼ਨ ਦਾਖਲ ਤੇ ਹਾਰ ਜੇਲ੍ਹ 'ਚ ਮੁਲਾਕਾਤੀਆਂ ਦੀ ਗਿਣਤੀ ਵਧਾਉਣ ਦੀ ਕੀਤੀ ਮੰਗ। ਦਿੱਲੀ ਦੀ ਦਵਾਰਕਾ ਕੋਰਟ 'ਚ ਅੱਜ ਹੋਵੇਗੀ ਕੱਲ ਤੋਂ ਚੋਣ ਪ੍ਰਚਾਰ ਦਾ ਆਗਾਜ਼ ਕਰਨਗੇ ਸੀਐਮ ਮਾਨ। ਮੋਗਾ ਤੇ ਜਲੰਧਰ 'ਚ ਚੋਣ ਰੈਲੀਆਂ ਨੂੰ ਕਰਨਗੇ ਸੰਬੋਧਨ। ਦੋਵੇਂ ਹਲਕਿਆਂ ਦੇ ਸਾਰੇ ਵਿਧਾਇਕਾਂ ਵੀ ਰਹਿਣਗੇ ਮੌਜੂਦ। ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਚੌਥੇ ਦਿਨ ਵੀ ਸੀਐਮ ਮਾਨ ਵੱਲੋਂ ਮੀਟਿੰਗਾਂ ਦਾ ਦੌਰ ਜਾਰੀ। ਅੰਮ੍ਰਿਤਸਰ ਤੇ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਨੂੰ ਲੈ ਕੇ ਕਰਨਗੇ ਮੰਥਨ। ਲੋਕ ਸਭਾ ਚੋਣਾਂ ਲਈ ਅੱਜ ਮੈਨੀਫੈਸਟੋ ਜਾਰੀ ਕਰੇਗੀ ਕਾਂਗਰਸ। 5 ਨਿਆਂ ਤੇ 25 ਗਾਰੰਟੀਜ਼ ਤੇ ਹੋਵੇਗਾ ਫੋਕਸ। 30 ਲੱਖ ਸਰਕਾਰੀ ਨੌਕਰੀਆਂ ਸਮੇਤ ਐਮਐਸਪੀ ਦਾ ਕੀਤਾ ਜਾ ਸਕਦਾ ਹੈ ਵਾਅਦਾ। ਦਿੱਲੀ 'ਚ ਖੜਗੇ ਸੋਨੀਆ ਤੇ ਰਾਹੁਲ ਜਾਰੀ ਕਰਨਗੇ ਮੈਨੀਫੈਸਟੋ। ਅੱਜ ਦਿੱਲੀ 'ਚ ਕਾਂਗਰਸ ਚੋਣ ਕਮੇਟੀ ਦੀ ਅਹਿਮ ਮੀਟਿੰਗ। ਹਰਿਆਣਾ ਦੇ ਉਮੀਦਵਾਰਾਂ ਦੇ ਨਾਮ ਤੇ ਲੱਗ ਸਕਦੀ ਹੈ ਮੋਹਰ। ਪੰਜਾਬ ਤੇ ਵੀ ਚਰਚਾ ਸੰਭਵ। ਅਮੇਠੀ ਤੋਂ ਚੋਣ ਲੜਨ ਦੇ ਸੰਕੇਤ ਨੂੰ ਲੈ ਕੇ ਰਾਬਰਟ ਵਾਡਰਾ ਤੇ ਬੀਜੇਪੀ ਦਾ ਨਿਸ਼ਾਨਾ। ਕਿਹਾ ਕਾਂਗਰਸ ਨੇ ਪਰਿਵਾਰਵਾਦ ਕਾਰਨ ਦੇਸ਼ ਨੂੰ ਕੀਤਾ ਤਬਾਹ। ਵਾਡਰਾ ਕੋਲ ਸਿਰਫ ਗਾਂਧੀ ਪਰਿਵਾਰ ਦਾ ਜਵਾਈ ਹੋਣ ਦਾ ਸਰਟੀਫਿਕੇਟ। ਜੰਮੂ ਕਸ਼ਮੀਰ ਤੇ ਉਰੀ 'ਚ ਐਨਕਾਊਂਟਰ। ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਕੀਤਾ ਢੇਰ। ਘੁਸਪੈਠ ਦੀ ਕਰ ਰਿਹਾ ਸੀ ਕੋਸ਼ਿਸ਼। ਅਬੋਹਰ ਦੇ ਬਹੁਚਰਚਿਤ ਭੀਮ ਟੈਂਕ ਕਤਲकांड ਦੇ ਮੁੱਖ ਦੋਸ਼ੀ ਦੇ ਵਿਦੇਸ਼ ਭੱਜਣ ਦਾ ਖਦਸ਼ਾ। ਹਾਲ ਹੀ 'ਚ ਪੈਰੋਲ ਤੇ ਬਾਹਰ ਆਇਆ ਸੀਗਾ ਦੋਸ਼ੀ ਹਰਪ੍ਰੀਤ ਹੈਰੀ। ਕਤਲ ਦੇ ਮਾਮਲੇ 'ਚ ਕੱਟ ਰਿਹਾ ਸੀ ਉਮਰ ਕੈਦ ਦੀ ਸਜ਼ਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਬਜੋਤ ਕੌਰ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੁਲਟਨ ਦੀ ਸ਼ੁਰੂਆਤ ਕਰਾਂਗੇ ਕਿਉਂਕਿ ਲੋਕ ਸਭਾ ਚੋਣਾਂ ਬੇਹੱਦ ਹੀ ਨਜ਼ਦੀਕ ਨੇ। ਸਿਰ ਤੇ ਨੇ ਸਿਆਸੀ ਅਖਾੜਾ ਪੱਕਿਆ ਹੋਇਆ ਹੈ। ਹਰ ਸਿਆਸੀ ਪਾਰਟੀ ਦੀ ਸਰਗਰਮੀ ਤੇਜ਼ ਹੋ ਚੁੱਕੀ ਹੈ। ਇਸ ਵਿਚਾਲੇ ਕੱਲ ਤੋਂ ਚੋਣ ਪ੍ਰਚਾਰ ਦਾ ਆਗਾਜ਼ ਕਰਨਗੇ ਸੀਐਮ ਭਗਵੰਤ ਮਾਨ। ਮੋਗਾ ਤੇ ਜਲੰਧਰ 'ਚ ਚੋਣ ਰੈਲੀਆਂ ਉਹਨਾਂ ਦੇ ਵੱਲੋਂ ਕੱਲ ਕੀਤੀਆਂ ਜਾਣਗੀਆਂ। ਕੱਲ 6 ਅਪ੍ਰੈਲ ਹੈ ਤੇ ਦੋਵੇਂ ਹਲਕਿਆਂ ਦੇ ਸਾਰੇ ਵਿਧਾਇਕ ਵੀ ਇਸ ਰੈਲੀਆਂ 'ਚ ਸ਼ਾਮਲ ਹੋਣਗੇ। ਦੱਸ ਦੇ ਕਿ ਆਪ ਦੇ ਸੰਗਠਨ ਮੰਤਰੀ ਸੰਦੀਪ ਪਾਠਕ ਵੀ ਮੌਜੂਦ ਰਹਿਣਗੇ। ਮੋਗਾ 'ਚ ਕਰਮਜੀਤ ਅਨਮੋਲ ਲਈ ਚੋਣ ਪ੍ਰਚਾਰ ਸੀਐਮ ਭਗਵੰਤ ਮਾਨ ਦੇ ਵੱਲੋਂ ਕੀਤਾ ਜਾਏਗਾ। ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਐਲਾਨੇ ਹੋਏ ਨੇ ਕਰਮਜੀਤ ਅਨਮੋਲ ਤੇ ਫਰੀਦਕੋਟ ਲੋਕ ਸਭਾ 'ਚ ਆਉਂਦਾ ਹੈ ਮੋਗਾ ਵਿਧਾਨ ਸਭਾ ਹਲਕਾ। ਦੱਸ ਕੇ ਹਾਲਾਂਕਿ ਜਲੰਧਰ 'ਚ ਆਮ ਆਦਮੀ ਪਾਰਟੀ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਕੈਂਡੀਡੇਟ ਐਲਾਨਿਆ ਸੀਗਾ ਪਰ ਰਿੰਕੂ ਦੇ ਭਾਜਪਾ ਸ਼ਾਮਲ ਹੋਣ ਤੇ ਭਾਜਪਾ ਤੋਂ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਆਪ ਸਾਹਮਣੇ ਜਲੰਧਰ ਤੋਂ ਕੈਂਡੀਡੇਟ ਐਲਾਨਣ ਦੀ ਚੁਣੌਤੀ ਆ ਗਈ ਹੈ ਤੇ ਹੁਣ ਕੱਲ ਤੋਂ ਚੋਣ ਪ੍ਰਚਾਰ ਦਾ ਆਗਾਜ਼ ਸੀਐਮ ਭਗਵੰਤ ਮਾਨ ਦੇ ਵੱਲੋਂ ਕੀਤਾ ਜਾਏਗਾ ਤੇ ਇਸ ਦੇ ਵਿਚਾਲੇ ਦੱਸ ਦੇ ਕਿ ਬੈਕ ਟੂ ਬੈਕ ਮੀਟਿੰਗਸ ਵੀ ਸੀਐਮ ਭਗਵੰਤ ਮਾਨ ਦੇ ਵੱਲੋਂ ਲਗਾਤਾਰ ਜਾਰੀ ਨੇ। ਮੇਰੇ ਸਹਿਯੋਗੀ ਪੰਕਜ ਕਪਾਹੀ ਫੋਨ ਲਾਈਨ ਤੇ ਮੌਜੂਦ ਨੇ। ਪੰਕਜ, ਸੀਐਮ ਭਗਵੰਤ ਮਾਨ ਫਰੰਟ ਫੁੱਟ ਤੇ ਨਜ਼ਰ ਆ ਰਹੇ ਨੇ, ਮੋਰਚਾ ਸਾਂਭਿਆ ਗਿਆ ਹੈ, ਐਕਟਿਵ ਨਜ਼ਰ ਆ ਰਹੇ ਨੇ ਤੇ ਕੱਲ ਤੋਂ ਚੋਣ ਪ੍ਰਚਾਰ ਦਾ ਆਗਾਜ਼। ਕਿਉਂਕਿ ਪੰਜਾਬ ਦੇ ਪ੍ਰਧਾਨ ਵੀ ਨਹੀਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਪਾਰਟੀ ਨੂੰ ਕਿਵੇਂ ਸੀਟਾਂ ਜਿਤਾਣੀਆਂ ਜਦੋਂ ਜ਼ਿਕਰ ਹੋ ਰਿਹਾ ਆਮ ਆਦਮੀ ਪਾਰਟੀ ਦੇ ਵੱਲੋਂ ਕਿ ਅਸੀਂ 13 ਸੀਟਾਂ ਸਾਰੀਆਂ ਪੰਜਾਬ ਦੇ ਵਿੱਚ ਜਿੱਤਾਂਗੇ ਤਾਂ ਉਸ ਵੇਲੇ ਜਿੱਥੇ ਲੋਕ ਸਭਾ ਉਮੀਦਵਾਰਾਂ ਦਾ ਜਿੱਥੇ ਐਲਾਨ ਹੋਇਆ 9 ਉਮੀਦਵਾਰਾਂ ਦਾ ਐਲਾਨ ਹੋਇਆ ਚੰਡੀਗੜ੍ਹ ਦੇ ਵਿੱਚ ਬੈਠਕਾਂ ਕਰ ਰਹੇ ਨੇ। ਉੱਥੇ ਹੀ ਹੁਣ ਵਰਕਰਾਂ ਨੂੰ ਤੇ ਨਾਲ ਹੀ ਨਾਲ ਜਿਹੜੇ ਪਦਾਧਿਕਾਰੀ ਨੇ ਤੇ ਵਿਧਾਇਕ ਨੇ ਉਹਨਾਂ ਨੂੰ ਮਿਲਣ ਦੇ ਲਈ ਕੱਲ ਨੂੰ 2 ਵੱਡੇ ਪ੍ਰੋਗਰਾਮ ਜਿਹੜੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਰੱਖੇ ਗਏ ਆ। ਪਹਿਲਾ ਪ੍ਰੋਗਰਾਮ ਜਿਹੜਾ ਵਾ ਉਹ 12 ਵਜੇ ਮੋਗੇ ਦੇ ਵਿੱਚ ਰੱਖਿਆ ਗਿਆ। ਉੱਥੇ ਤਮਾਮ ਵਲੰਟੀਅਰ ਦੇ ਨਾਲ ਮੁਲਾਕਾਤ ਕੀਤੀ ਜਾਏਗੀ, ਗੱਲਬਾਤ ਕੀਤੀ ਜਾਏਗੀ, ਫੀਡਬੈਕ ਲਈ ਜਾਏਗੀ ਔਰ ਨਾਲ ਹੀ ਨਾਲ ਕਿਵੇਂ ਜਿਹੜਾ ਵਾ ਕੈਂਪੇਨਿੰਗ ਕਰਨੀ ਹੈ ਉਸ ਦਾ ਸਲਾਹ ਮਸ਼ਵਰਾ ਜਿਹੜਾ ਵਾ ਉਹ ਕੀਤਾ ਜਾਏਗਾ ਔਰ ਇਸ ਦਾ ਨਾਮ ਰੱਖਿਆ ਆਮ ਆਦਮੀ ਪਾਰਟੀ ਵਲੰਟੀਅਰ ਮਿਲਣੀ। ਇਹ ਨਾਮ ਜਿਹੜਾ ਵਾ ਕੱਲ ਦੇ ਪ੍ਰੋਗਰਾਮ ਦਾ ਰੱਖਿਆ ਗਿਆ ਵਾ। 12 ਵਜੇ ਮੋਗੇ ਦੇ ਵਿੱਚ ਔਰ 3 ਵਜੇ ਜਿਹੜਾ ਵਾ ਜਲੰਧਰ ਦੇ ਵਿੱਚ 2 ਜ਼ੋਨ ਦੇ ਵਿੱਚ ਵੰਡਿਆ ਗਿਆ ਜਿਸ ਦੇ ਵਿੱਚ ਜਲੰਧਰ ਦੇ ਵਿੱਚ ਜਲੰਧਰ, ਗੁਰਦਾਸਪੁਰ, ਅੰਮ੍ਰਿਤਸਰ, ਖਡੂਰ ਸਾਹਿਬ, ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ ਤੇ ਅਨੰਦਪੁਰ ਜਿਹੜਾ ਵਾ ਉਹ ਆਏਗਾ। ਔਰ ਇਸੇ ਤਰੀਕੇ ਨਾਲ ਜੇ ਮੋਗੇ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਫਰੀਦਕੋਟ, ਫਿਰੋਜ਼ਪੁਰ ਔਰ ਸੰਗਰੂਰ ਤੇ ਪਟਿਆਲਾ ਜਿਹੜਾ ਵਾ ਉਹ ਆਏਗਾ। ਪੰਕਜ, ਇਸ ਦੀ ਗੱਲ ਕਰੀਏ ਜਲੰਧਰ ਸੀਟ ਦੀ ਤੇ ਸੁਸ਼ੀਲ ਰਿੰਕੂ ਉਹ ਬੀਜੇਪੀ ਸ਼ਾਮਲ ਹੋ ਗਏ ਨੇ। ਜਲੰਧਰ ਸੀਟ ਤੋਂ ਹੁਣ ਕਿਹਦਾ ਨਾਮ ਅੱਗੇ ਚੱਲ ਰਿਹਾ ਹੈ? ਦੇਖੋ ਕਿਉਂਕਿ ਇਹ ਕਹਿਣਾ ਥੋੜਾ ਜਿਹਾ ਮੁਸ਼ਕਲ ਹੈ। ਸੁਸ਼ੀਲ ਰਿੰਕੂ ਕਿਉਂਕਿ ਪਹਿਲਾਂ ਹੀ ਬਾਈ ਇਲੈਕਸ਼ਨ ਆਮ ਆਦਮੀ ਪਾਰਟੀ ਦੇ ਵੱਲੋਂ 1 ਸਾਲ ਪਹਿਲਾਂ ਜਿੱਤੇ ਸੀਗੇ ਤਾਂ ਪਾਰਟੀ ਨੇ ਉਹਨਾਂ ਦੇ ਉੱਤੇ ਦੁਬਾਰਾ ਭਰੋਸਾ ਜ਼ਾਹਰ ਕੀਤਾ ਸੀਗਾ। ਹੁਣ 2 ਤੋਂ 3 ਨਾਮ ਜਿਹੜੇ ਨੇ ਸ਼ੋਰਟਲਿਸਟ ਕੀਤੇ ਨੇ ਲੇਕਿਨ ਅਜੇ ਫਾਈਨਲ ਫੈਸਲਾ ਜਿਹੜਾ ਵਾ ਉਹ ਮੁੱਖ ਮੰਤਰੀ ਭਗਵੰਤ ਮਾਨ ਤੇ ਸੰਦੀਪ ਪਾਠਕ ਦੇ ਵੱਲੋਂ ਲਿੱਤਾ ਜਾਣਾ ਵਾ। ਉਹ ਅਗਲੇ 1 ਹਫ਼ਤੇ ਦੇ ਅੰਦਰ ਉਮੀਦਵਾਰ ਦਾ ਐਲਾਨ ਜਿਹੜਾ ਉਹ ਜ਼ਰੂਰ ਹੋਏਗਾ। ਲੇਕਿਨ ਕੱਲ ਜਦੋਂ ਜਲੰਧਰ ਦੇ ਵਿੱਚ ਮਿਲਣੀ ਹੋਏਗੀ ਤਾਂ
3 ਤੋਂ 4 ਕੈਂਡੀਡੇਟ ਅਜਿਹੇ ਜ਼ਰੂਰ ਨੇ ਜਿਹੜੀ ਆਪਣੀ ਦਾਅਵੇਦਾਰੀ ਉਮੀਦਵਾਰੀ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਹਮਣੇ ਰੱਖਣਗੇ, ਲੇਕਿਨ ਆਖਰੀ ਫੈਸਲਾ ਜਿਹੜਾ ਹੈ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਲਿੱਤਾ ਜਾਣਾ। ਜੀ ਬਹੁਤ ਬਹੁਤ ਸ਼ੁਕਰੀਆ ਪੰਕਜ, ਸਾਨੂੰ तमाम ਜਾਣਕਾਰੀ ਦੇਣ ਲਈ। ਤੇ ਕੱਲ ਤੋਂ ਚੋਣ ਪ੍ਰਚਾਰ ਦਾ ਆਗਾਜ਼ ਸੀਐਮ ਭਗਵੰਤ ਮਾਨ ਦੇ ਵੱਲੋਂ ਕੀਤਾ ਜਾਏਗਾ। ਮੋਗਾ ਚ ਕਰਮਜੀਤ ਅਨਮੋਲ ਜੋ ਫਰੀਦਕੋਟ ਰਿਜ਼ਰਵ ਸੀਟ ਹੈ ਉਥੋਂ ਕੈਂਡੀਡੇਟ ਐਲਾਨੇ ਗਏ ਨੇ, ਉਹਨਾਂ ਦੇ ਹੱਕ ਚ ਚੋਣ ਪ੍ਰਚਾਰ ਕਰਦੇ ਜੋ ਨੇ ਸੀਐਮ ਭਗਵੰਤ ਮਾਨ ਨਜ਼ਰ ਆਣਗੇ। ਇਸ ਵਿਚਾਲੇ ਆਮ ਆਦਮੀ ਪਾਰਟੀ ਵੋਲੰਟੀਅਰਸ ਮਿਲਣੀ ਇਸ ਦਾ ਨਾਮ ਰੱਖਿਆ ਗਿਆ ਹੈ। ਸੀਐਮ ਭਗਵੰਤ ਮਾਨ ਐਕਟਿਵ ਨਜ਼ਰ ਆ ਰਹੇ ਨੇ, फ्रंट फुट ते नजर आ रहे हैं। सीएम भगवंत मान दे वालों पहले भी नित आए दिन आ स्टेटमेंट दी जाती है कि पंजाब च 13-0 होएगा। तो बैक टू बैक मीटिंग्स भी सीएम भगवंत मान दे वालों लगातार जारी ने। जैसी गल करी संदीप पाठक दी ते उन्हां दे वालों भी पंजाब दे वख-वख थावां ते वॉलंटियर्स दे नाल आम आदमी पार्टी दे तमाम विधायक ने, वर्कर्स ने, उन्हां दे नाल मीटिंग की जा रही है, फीडबैक लिया जा रहा है ते प्रॉपर स्ट्रैटेजी बनाई जा रही है। लोक सभा चुनाव को लेके सीएम भगवंत मान दे वालों अज एक अहम मीटिंग की जानी है। दस के अज लगातार चौथे दिन मीटिंगां दा दौर लगातार जारी है। सीएम भगवंत मान ने इस बाबत एक मीटिंग सद्दी है ते अमृतसर ते श्री आनंदपुर साहब हल्के दी बैठक सद्दी गई है। जिक्रयोग है कि सीएम रिहाइश सवेरे 11:30 बजे मीटिंग होएगी। लोक सभा चोणां नूं लेके रणनीति स्ट्रैटेजी करी जाएगी ते बैक टू बैक मीटिंग सीएम भगवंत मान दे वालों की जा रही है। जैसी गल करिए अमृतसर तो कुलदीप धालीवाल नूं कैंडीडेट आम आदमी पार्टी दे वालों ऐलानिया गया है। मौजूदा समय कैबिनेट मंत्री ने एनआरआई मंत्राला उन्हां दे कोल है। श्री आनंदपुर साहब दी जिसकी गल करिए तो श्री आनंदपुर साहब तो मलविंदर कंग नूं चोण मैदान च आम आदमी पार्टी दे वालों कैंडीडेट ऐलानिया गया है। बैक टू बैक मीटिंग्स लगातार जारी है। कल दी तस्वीरां तुहानूं विखा रहे हैं जदों कि सीएम भगवंत मान दे वालों फतेहगढ़ साहब दे तो जो कैंडीडेट ऐलाने गए ने गुरप्रीत सिंह जीपी उन्हां दे नाल मीटिंग की गई। तमाम हल्का इंचार्ज विधायक आगू उत्थे मौजूद सीगे। बकायदा स्ट्रैटेजी बनाई गई कि किस किस्म के नाल इन्हां लोक सभा चोणां च जो है चोण प्रचार किया जाना है। दिल्ली सरकार ते एलजी विचाले नवा टकराव हुण पैदा हो गया। दस के एलजी वीके सक्सेना ने हुण गृह मंत्रालय नूं एक चिट्ठी लिखी है। एलजी ने दिल्ली सरकार ते गंभीर इल्जाम लगाए ने। दिल्ली सरकार अदालतां नूं गुमराह कर रही है। एलजी ने चिट्ठी जिक्र किया है। इस विचाले एलजी ने कहा है कि कई मामलों ते कोर्ट नूं गुमराहकुन जानकारी भी दी जा रही है ते ਉਹ चिट्ठी का जिक्र कर रहे हैं। लैटर तुसी अपने टीवी स्क्रीन ते देख पा रहे हो। दिल्ली सरकार ते एलजी दे विचाले हुण नवा टकराव पैदा हो गया है। हालांकि पहला भी 36 का आंकड़ा रहा है जबकि आम आदमी पार्टी सरकार दे वालों इल्जाम लगाए जाते हैं कि दिल्ली दे एलजी बीजेपी का एजेंट बन के काम करते हैं। इस विचाले जो तमाम काम उन्होंने वालों किए जाते हैं उस रुकावट एलजी दे वालों पैदा की जांदियां ने। आम आदमी पार्टी निरंतर शब्दी हमले करते हुए नजर आती है तो हुण एक नवा टकराव पैदा हो गया है। मेरे सहयोगी मानव यादव फोन लाइन पे मौजूद ने। मानव, दिल्ली सरकार और एलजी के बीच में एक नई टकराव वाली स्थिति और क्या कुछ जानकारी? देखिए, दिल्ली के उपराज्यपाल उनके कार्यालय से एक पत्र केंद्रीय गृह सचिव को लिखा गया जिसमें ये एक तरीके से शिकायत दिल्ली सरकार के कार्यप्रणाली की गई है कि दिल्ली सरकार सुप्रीम कोर्ट, हाई कोर्ट के अलावा बाकी जो कोर्ट है वहां पर कोर्ट में गलत जानकारी देती है, हलफनामे में गलत जानकारी देती है और उसमें जिक्र किया गया है फॉरेस्ट स्कीम का और लिकर पॉलिसी के अलावा दूसरे मामलों का, जिसमें ये कहा गया है कि दिल्ली सरकार ने भ्रामक जानकारी कोर्ट में दी है जिसकी वजह से उपराज्यपाल और उनके कार्यालय की छवि खराब होती है। और इसको लेकर केंद्रीय गृह सचिव अजय कुमार भल्ला को इस पत्र कल देर रात गृह सचिव उपराज्यपाल कार्यालय की तरफ से भेजा गया था जिसमें उनको अवगत कराया गया है कि इस तरीके से कोर्ट के भीतर दिल्ली सरकार की तरफ से गलत जानकारी दी जा रही है। जी बहुत बहुत शुक्रिया मानव, हमें तमाम जानकारी देने। दिल्ली सरकार ते एलजी दे विचाले नवे टकराव वाली स्थिति हुण पैदा हो गई है। गृह मंत्रालय ने चिट्ठी लिखी है। हेठले पासे तस्वीर तुहानूं विखा रहे जो चिट्ठी दिल्ली के लैफ्टिनेंट गवर्नर दे वालों लिखी गई है तो दिल्ली सरकार अदालतां नूं गुमराह कर रही है। एलजी दे वालों इल्जाम लगाए गए ने। आ भी कहा गया है कि कई मामलों ते कोर्ट नूं गुमराहकुन जानकारी दिते जाण दी गल इस लेटर च आखी गई। अगे बढ़ते गल करांगे दिल्ली के साबका डिप्टी सीएम मनीष सिसोदिया की। तिहाड़ जेल तो मनीष सिसोदिया के वालों एक चिट्ठी लिखी गई है। सिसोदिया ने इस चिट्ठी च लिखा है कि जल्द ही जेल तो बाहर आवांगा। आजादी की लड़ाई वांग चंगी सिक्ख्या ते स्कूल लई असीं लड़ रहे हां। पंजाब की सिक्ख्या क्रांति की खबर पढ़ के राहत मिली है। पंजाब की सिक्ख्या क्रांति का भी जिक्र उन्होंने वालों इस चिट्ठी च कीता गया। पिछले 1 साल सारिਆਂ ਦੀ याद आई। अंग्रेज़ों की तानाशाही तो बाद भी आजादी का सुपना साकार होया। अंग्रेज़ों नूं भी अपनी सत्ता का बहुत घमंड सीगा ते तकरीबन 1 साल तो डेली एक्साइज पॉलिसी दिल्ली के साबका डिप्टी सीएम मनीष सिसोदिया जेल ने। इस विचाले उन्होंने वालों जेल तो ही चिट्ठी लिखी गई ते
ਜੋ ਕੇਂਦਰ ਦੀ ਬੀਜੇਪੀ ਸਰਕਾਰ ਤੇ ਵੀ ਹਮਲਾਵਰ ਸੀਗੇ। ਕਿਤੇ ਨਾ ਕਿਤੇ ਉਹਨਾਂ ਦੀ ਜੋ ਤੁਲਨਾ ਹੈ ਅੰਗਰੇਜ਼ਾਂ ਨਾਲ ਮਨੀਸ਼ ਸਿਸੋਦੀਆ ਦੇ ਵੱਲੋਂ ਕੀਤੀ ਗਈ ਹੈ। ਤੇ ਦੱਸਦੇ ਕਿ ਆਮ ਆਦਮੀ ਪਾਰਟੀ ਦੀ ਟੌਪ ਲੀਡਰਸ਼ਿਪ ਦੇ 4 ਲੀਡਰਸ ਜੇਲ੍ਹ 'ਚ ਬੰਦ ਸੀਗੇ। ਹਾਲਾਂਕਿ ਸੰਜੇ ਸਿੰਘ ਨੂੰ ਹਾਲ ਹੀ 'ਚ ਬੇਲ ਮਿਲੀ ਹੈ ਤੇ ਦਿੱਲੀ ਦਾ ਐਕਸਾਈਜ਼ ਪਾਲਿਸੀ ਮਾਮਲਾ ਹੈ ਜਿਸ ਦੇ ਵਿਚਾਲੇ ਆ तमाम ਲੀਡਰਸ ਜੇਲ੍ਹ 'ਚ ਬੰਦ ਨੇ। ਈਡੀ ਦੇ ਵੱਲੋਂ ਆ ਪੂਰੀ ਕਾਰਵਾਈ ਕੀਤੀ ਗਈ ਹੈ ਤੇ ਪਿਛਲੇ ਸਾਲ ਹੀ ਮਾਰਚ ਦੇ ਮਹੀਨੇ 'ਚ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੂੰ 10 ਤੋਂ 12 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਈਡੀ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ। ਤਕਰੀਬਨ 1 ਸਾਲ ਦਾ ਸਮਾਂ ਹੋ ਚੁੱਕਿਆ ਹੈ ਤੇ ਹੁਣ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੇ ਵੱਲੋਂ ਚਿੱਠੀ ਲਿਖੀ ਗਈ ਤੇ ਕਿਤੇ ਨਾ ਕਿਤੇ ਭਾਵੁਕ ਹੁੰਦੇ ਹੋਏ ਇਸ ਚਿੱਠੀ 'ਚ ਵੀ ਨਜ਼ਰ ਆਏ। इस विचाले जो इस चिट्ठी जिक्र किया उन्होंने लिखा है कि पिछले 1 साल से मुझे सबकी याद आई। सबने बहुत ईमानदारी से मिलकर काम किया। जैसे आजादी के समय सबने लड़ाई लड़ी वैसे ही हम अच्छी शिक्षा और स्कूल के लिए लड़ रहे हैं। अंग्रेजों की तानाशाही के बाद भी आजादी का सपना सच हुआ। वैसे ही एक दिन हर बच्चे को सही और अच्छी शिक्षा मिलेगी। अंग्रेजों को भी अपनी सत्ता का बहुत घमंड था। अंग्रेज भी झूठे आरोप लगाकर लोगों को जेल में बंद करते थे। अंग्रेजों ने कई सालों तक गांधी को जेल में रखा। अंग्रेजों ने नेल्सन मंडेला को भी जेल में डाला। ये लोग मेरी प्रेरणा है और आप सब मेरी ताकत। विकसित देश होने के लिए अच्छी शिक्षा स्कूल का होना जरूरी है। मुझे खुशी है अरविंद केजरीवाल जी के नेतृत्व में दिल्ली में शिक्षा क्रांति आई। अब पंजाब शिक्षा क्रांति की खबर पढ़कर सुकून मिलता है। जेल में रहकर मेरा प्यार आप लोगों के लिए और बड़ा है। मेरी पत्नी का आप लोगों ने बहुत ध्यान रखा। सीमा आपकी सबकी बात करते हुए भावुक हो जाती है। आप सब अपना ख्याल रखिए। ते आ लेटर जो हेठले पासे असीं तुहानूं विखा रहे हैं आ दिल्ली दे साबका डिप्टी सीएम मनीष सिसोदिया जो कि तिहाड़ जेल 'ਚ पिछले 1 साल तो बंद ने उन्हां दे वल्लों लिखी गई। रुकांगे अगली खबर दा। अरविंद केजरीवाल दे वल्लों दिल्ली कोर्ट 'ਚ एक होर पटिशन दाखल की गई। दस के तिहाड़ जेल 'ਚ मुलाकातियां दी गिनती वधाउण दी मंग की गई है। इस पटिशन 'ਚ दिल्ली दे द्वारका कोर्ट दे वल्लों इस पूरे मामले सुनवाई अज होएगी। एक्साइज पॉलिसी केस दस कि दिल्ली की तिहाड़ जेल 'ਚ अरविंद केजरीवाल बंद ने। अरविंद केजरीवाल दे वल्लों दिल्ली कोर्ट 'ਚ एक होर पटिशन दाखल की गई है। तिहाड़ जेल 'ਚ मुलाकातियां दी गिनती वधाउण दी मंग इस पटिशन 'ਚ की गई है। इस पूरे मामले की सुनवाई अज होएगी। दिल्ली की द्वारका कोर्ट इस पूरे मामले की सुनवाई करेगी तो देखना होगा कि कुछ फैसला की कुछ टिप्पणी अदालत दे वल्लों इस पूरे मामले ते कीती जांदी है। दिल्ली दे जो सीएम ने आप सुप्रीमो अरविंद केजरीवाल दिल्ली की तिहाड़ जेल 'ਚ बंद ने 21 मार्च ਨੂੰ गिरफ्तारी ईडी ਦੇ ਵੱਲੋਂ ਕੀਤੀ ਗਈ ਸੀਗੀ ਤੇ ਹੁਣ 1 ਅਪ੍ਰੈਲ ਨੂੰ ਕੋਰਟ ਦੇ ਵੱਲੋਂ ਜੁਡੀਸ਼ੀਅਲ ਕਸਟਡੀ 'ਚ ਭੇਜ ਦਿੱਤਾ ਸੀਗਾ ਤੇ ਇਸ ਪੂਰੇ ਮਾਮਲੇ 'ਚ ਦੱਸਦੇ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਇੱਕ ਲਿਸਟ ਜਾਰੀ ਕੀਤੀ ਗਈ ਸੀਗੀ 6 ਲੋਕਾਂ ਦੀ 6 ਜਣਾਂ ਦੀ ਲਿਸਟ ਸੀਗੀ ਜਿਨ੍ਹਾਂ ਨੂੰ ਰੋਜ਼ ਅਰਵਿੰਦ ਕੇਜਰੀਵਾਲ ਮਿਲ ਸਕਦੇ ਨੇ। ਪਰ ਹੁਣ ਇੱਕ ਨਵੇਂ ਸਿਰੇ ਤੋਂ ਪਟੀਸ਼ਨ ਦਾਖਲ ਕੀਤੀ ਗਈ ਹੈ ਕਿ ਤਿਹਾੜ ਜੇਲ੍ਹ 'ਚ ਮੁਲਾਕਾਤੀਆਂ ਦੀ ਗਿਣਤੀ ਵਧਾਉਣ ਦੀ ਮੰਗ ਅਰਵਿੰਦ ਕੇਜਰੀਵਾਲ ਦੇ ਵੱਲੋਂ ਕੀਤੀ ਗਈ। ਹੁਣ ਲੜਨ ਦੇ ਸੰਕੇਤ ਨੂੰ ਲੈ ਕੇ ਰੋਬਰਟ ਵਾਡਰਾ ਤੇ ਬੀਜੇਪੀ ਦੇ ਵੱਲੋਂ ਤਿੱਖਾ ਨਿਸ਼ਾਨਾ ਸਾਧਿਆ ਗਿਆ। ਪਰਿਵਾਰਵਾਦ ਤੋਂ ਬਾਹਰ ਨਹੀਂ ਨਿਕਲ ਸਕਦੀ ਕਾਂਗਰਸ कहना है बीजेपी का। इस विचाले कांग्रेस ने परिवारवाद कारण देश को तबाह किया है। बात सिर्फ गाज जवाई होकेट है। रॉबर्ट वाड्रा ने अमेठी तो चोण लड़न दे संकेत दिते ने। दस के अमेठी तो स्मृति ईरानी खिलाफ चोण लड़न दे संकेत रॉबर्ट वाड्रा दे वल्लों कल दिते गए ते वाड्रा ने मैनू कई पार्टी ऑफर दिता। दूजी पार्टी वाले मैनू समर्थन देने की गल आख रहे ने। पार्टी लाइन तो ऊपर उठ के मेरी कई लोगों नाल मुलाकात हुई है, दोस्ती भी हुई है। मैं अपनी मेहनत नाल चुन के आना चाहता हाँ। लोगों की ख्वाहिश है कि मैं अमेठी की नुमाइंदगी करा। दस दे कि 1999 सब तो पहला सोनिया गांधी तो वालों उत्थों चोण लड़ी गई सी जो कि उन्होंने सियासत पैर रखा। तो 2004, 2009, 2014 राहुल गांधी के वालों अमेठी सीट जीती गई सी, MP बने थे। हालांकि 2019 भी जो है चोण लड़ी गई सी पर स्मृति ईरानी दे वालों शानदार जीत प्राप्त की गई सी। राहुल गांधी को हार का सामना करना पड़ा। देखिए, रॉबर्ट वाड्रा ने जो कहा एक बात तो बहुत स्पष्ट है कि ये परिवारवाद से बाहर निकल ही नहीं सकते। अब देखो रॉबर्ट क्या बोल रहे हैं जी कि मेरे से उम्मीद करते हैं। फिर भी तुम क्या हो, तुमसे उम्मीद करते हैं? गांधी परिवार के दामाद होने के अलावा तुम्हारे पास ऐसा कौन सा सर्टिफिकेट है जिस तुमसे लोग उम्मीद करते हैं? तो बहुत स्पष्ट है ये लोग परिवार से बाहर जा नहीं सकते। इसीलिए आज लोग कह रहे हैं कि यहाँ 4-5 पावर सेंटर बन चुके हैं। एक सोनिया गांधी जी का है, एक राहुल गांधी जी का है, एक प्रियंका जी का है, एक खड़गे जी का है, एक वेणुगोपाल जी का है। इन लोगों ने परिवारवाद के चलते इस देश को तबाह किया है और अभी भी ये अपने आप को बदलना नहीं चाहते। चाहते हैं कि हमारा छत्र राज देना चाहिए, बस हमारा राज सही तरीके से हमारा ही परिवार दिखना चाहिए।
ਤੇ ਰਾਬਰਟ ਵਾਡਰਾ ਦੇ ਵੱਲੋਂ ਕੱਲ ਇੱਕ ਬਿਆਨ ਦਿੱਤਾ ਗਿਆ ਸੀਗਾ ਕਿ ਲੋਕਾਂ ਦੀ ਖੁਆਇਸ਼ ਹੈ ਮੈਂ ਅਮੇਠੀ ਦੀ ਨੁਮਾਇੰਦਗੀ ਕਰਾਂ। ਆਓ ਤੁਹਾਨੂੰ ਸੁਣਾਉਂਦੇ ਹਾਂ ਕਿ ਰਾਬਰਟ ਵਾਡਰਾ ਨੇ ਕੀ कुछ किया ਸੀ। जब अमेठी के लोगों को लग रहा है कि उन्होंने गलती की कि स्मृति जी को जताया और राहुल को वहाँ से जो भी है कि कोई और कंस्टिट्यूंसी ढूंढनी पड़ी या जो भी है, पर मुझे लग रहा है कि वो चाहते हैं कि गांधी परिवार का कोई भी सदस्य वापस आए, वहाँ वो भारी बहुमत से जिताएंगे। यहाँ तक कि वो मेरे से भी प्रेरणा करते हैं और आशा करते हैं कि मैं वहाँ अपना पहला कदम अगर राजनीति में रखता हूँ और सांसद बनने की सोचता हूँ तो मैं अमेठी को ही रिप्रेजेंट करूँ, क्योंकि मैंने 99 से अपनी जो प्रचार प्रियंका के साथ शुरू किया वो अमेठी में ही था। जब मैंने वहाँ काफ़ी समय बिताया तो उनको लगा कि मैं उनको समझता हूँ और वो उम्मीद करते हैं कि मैं वहाँ उनको एक सांसद बनूं वहाँ से और वहाँ वो क्षेत्र चुनूं अगर मैं राजनीति में आता हूँ। और वो तो ऑलरेडी उन्होंने मन बना लिया है कि गांधी परिवार का कोई सदस्य या मैं ही वहाँ उनको रिप्रेजेंट करूं। पर मुझे हमेशा लगता है कि अगर मैं अपनी मेहनत से आऊं और लोग चाहते हैं और कांग्रेस पार्टी चाहेगी और अपनी मेहनत से मैं बनूं, ये नहीं कि क्योंकि मैं गांधी परिवार का सदस्य हूं उसी वजह से मुझे चुना गया है या चाहते हैं, तो मैं अपनी मेहनत करूं, वहाँ के लोगों की क्या ज़रूरतें हैं, क्या मुश्किलें हैं, उसका समाधान ढूंढूं और मेहनत करूं, तो उसी के वजह से मुझे आना चाहिए। और अगर मैं नहीं तो अगर कोई भी परिवार से उनको उस क्षेत्र में जाता है तो मुझे पता है बहुत प्रगति होगी। एक फिर से जब राहुल थे तब भी बहुत प्रगति थी और अभी भी प्रगति होगी और जो भी वहाँ की मुश्किलें हैं गांधी परिवार उसका सॉल्यूशन ढूंढ सकता है। क्योंकि मैं इतने समय से काफ़ी लोगों से मिलता हूँ और उसमें अलग अलग सांसद होते हैं दूसरी पार्टियों से, तो वहाँ से जब मैं मिलता हूँ तो उनसे प्रेम से भी वो मेरे से बोलते हैं कि आप हमारी पार्टी से आ जाइए और इतना समय क्यों लगा रहे हैं, आपको हम ही आगे भारी बहुमत से जिताएंगे। और तो खाली ये नहीं है कि अलग अलग क्षेत्र से अलग अलग जगहों से भारत में देश में मतलब कि मेरे लिए पुकार आ रही है, वो अलग अलग पार्टियों से भी आ रही है कि आप हमारे तरफ से आ जाइए और हम ज़रूर आपको सपोर्ट करेंगे। क्योंकि मेरे दोस्ती हर अबा पार्टी लाइन्स काफ़ी लोगों से हैं जो देखते हैं कि मेरी मेहनत को समझते हैं और हर रोज़ जो मेरे को परेशानी झेलनी पड़ती है उसको भी समझते हैं और उनको भी लगता है कि अगर आप संसद में होंगे तो अपने नाम जो आप जवाब देते हो बड़े पैमाने पर दे पाओगे और अपने जो काम कर रहे हो उससे भी आप बड़े पैमाने पर काम हो पाएगा। ये रॉबर्ट वाड्रा ने जो कहा, एक बात तो बहुत स्पष्ट है कि ये परिवारवाद से बाहर निकल ही नहीं सकते। अब देखो रॉबर्ट क्या बोल रहे हैं जी कि मेरे से उम्मीद करते हैं। अरे तुम क्या हो, तुमसे उम्मीद करते हैं? गांधी परिवार के दामाद होने के अलावा तुम्हारे पास ऐसा कौन सा सर्टिफिकेट है जिस तुमसे लोग उम्मीद करते हैं? तो बहुत स्पष्ट है ये लोग परिवार से बाहर जा नहीं सकते। इसीलिए आज लोग कह रहे हैं कि यहाँ 4-5 पावर सेंटर बन चुके हैं। एक सोनिया गांधी जी का है, एक राहुल गांधी जी का है, एक प्रियंका जी का है, एक खड़गे जी का है, एक वेणुगोपाल जी का है। इन लोगों ने परिवारवाद के चलते इस देश को तबाह किया है और अभी भी ये अपने आप को बदलना नहीं चाहते। चाहते हैं कि हमारा छत्र राज देना चाहिए, बस हमारा राज सही तरीके से हमारा ही परिवार दिखना चाहिए। ਅੱਜ ਲੋਕ ਸਭਾ ਚੋਣ ਦੇ ਲਈ ਮੈਨੀਫੈਸਟੋ ਜਾਰੀ ਕਰੇਗੀ ਕਾਂਗਰਸ। 10 ਕੇ 5 ਨਿਆਂ ਅਤੇ 25 ਗਾਰੰਟੀਜ਼ ਤੇ ਫੋਕਸ ਕੀਤਾ ਜਾਏਗਾ। ਇਸ ਨਾਲ 30 ਲੱਖ ਸਰਕਾਰੀ ਨੌਕਰੀਆਂ ਸਮੇਤ ਐਮਐਸਪੀ ਦਾ ਵੀ ਵਾਅਦਾ ਕਾਂਗਰਸ ਪਾਰਟੀ ਦੇ ਵੱਲੋਂ ਕੀਤਾ ਜਾ ਸਕਦਾ ਹੈ। ਦਿੱਲੀ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਮਲਿਕਾਰਜੁਨ ਖੜਗੇ ਇਸ ਮੈਨੀਫੈਸਟੋ ਨੂੰ ਜਾਰੀ ਕਰਨਗੇ। ਹਾਲਾਂਕਿ ਚੋਣ ਮੈਨੀਫੈਸਟੋ ਦੇ ਜਾਰੀ ਹੋਣ ਤੋਂ ਪਹਿਲਾਂ ਵਾਅਦਿਆਂ ਨੂੰ ਲੈ ਕੇ ਪਹੁੰਚਾਉਣ ਦੇ ਲਈ, ਲੋਕਾਂ ਤੱਕ ਪਹੁੰਚਾਉਣ ਦੇ ਲਈ ਕਾਂਗਰਸ ਨੇ ਘਰ-ਘਰ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਹੋਈ ਹੈ, ਜਿਸ ਦੇ ਤਹਿਤ 8 ਕਰੋੜ ਲੋਕਾਂ ਤੱਕ ਪਹੁੰਚਣ ਦਾ ਟੀਚਾ ਕਾਂਗਰਸ ਪਾਰਟੀ ਦੇ ਵੱਲੋਂ ਮਿੱਥਿਆ ਗਿਆ ਹੈ। ਤੇ ਅੱਜ ਜੋ ਦਿੱਲੀ ਦਾ ਕਾਂਗਰਸ ਆਫਿਸ ਹੈ, ਹੈੱਡ ਆਫਿਸ ਹੈ, ਉੱਥੇ तमाम ਆਗੂ ਵੱਡੇ ਲੀਡਰਸ ਮੌਜੂਦ ਰਹਿਣਗੇ ਤੇ ਅੱਜ ਲੋਕ ਸਭਾ ਚੋਣਾਂ ਨੂੰ ਲੈ ਕੇ ਮੈਨੀਫੈਸਟੋ ਜੋ ਡਾਕੂਮੈਂਟ ਹੈ ਉਹ ਕਾਂਗਰਸ ਪਾਰਟੀ ਦੇ ਵੱਲੋਂ ਜਾਰੀ ਕੀਤਾ ਜਾਏਗਾ।
ਅੱਜ ਦਿੱਲੀ 'ਚ ਕਾਂਗਰਸ ਚੋਣ ਕਮੇਟੀ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਦੱਸ ਕਿ ਕਈ ਸੂਬਿਆਂ ਦੇ ਉਮੀਦਵਾਰਾਂ ਦੇ ਨਾਮ ਤੇ ਫਾਈਨਲ ਹੋਏਗੀ, ਮੁਹਰ ਲੱਗੇਗੀ। ਹਰਿਆਣਾ ਦੇ ਉਮੀਦਵਾਰਾਂ ਦੇ ਨਾਂ ਤੇ ਵੀ ਮੁਹਰ ਲਗਾਈ ਜਾ ਸਕਦੀ ਹੈ, ਫਾਈਨਲਾਈਜ਼ ਕੀਤੇ ਜਾ ਸਕਦੇ ਨੇ। ਹਾਲੇ ਤੱਕ ਕਾਂਗਰਸ ਨੇ ਪੰਜਾਬ, ਹਰਿਆਣਾ ਤੇ ਹਿਮਾਚਲ ਕੈਂਡੀਡੇਟਸ ਦਾ ਐਲਾਨ नहीं ਕੀਤਾ ਤੇ ਕਾਂਗਰਸ ਇਲੈਕਸ਼ਨ ਕਮੇਟੀ ਦੀ ਅੱਜ ਮੁੜ ਤੋਂ ਮੀਟਿੰਗ ਹੈ। ਹਾਲਾਂਕਿ ਕਈ ਲਿਸਟ ਕਾਂਗਰਸ ਪਾਰਟੀ ਦੇ ਵੱਲੋਂ ਜਾਰੀ ਕੀਤੀਆਂ ਜਾ ਚੁੱਕੀਆਂ ਨੇ। ਕਈ ਸੂਬਿਆਂ ਦੇ ਉਮੀਦਵਾਰਾਂ ਦਾ ਨਾਮ ਵੀ ਐਲਾਨਿਆ ਜਾ ਚੁੱਕਿਆ ਹੈ ਤੇ ਹੁਣ ਕਈ ਸੂਬਿਆਂ ਦੇ ਨਾਮ ਜੋ ਕੈਂਡੀਡੇਟਸ ਨੇ ਉਹਨੂੰ ਫਾਈਨਲਾਈਜ਼ ਕਰ ਲਿਆ ਗਿਆ ਹੈ ਤੇ ਹਰਿਆਣਾ ਦੇ ਉਮੀਦਵਾਰਾਂ ਦੇ ਨਾਂ ਤੇ ਅੱਜ ਮੋਹਰ ਲਗਾਈ ਜਾ ਸਕਦੀ ਹੈ। ਜੇ ਅਸੀਂ ਗੱਲ ਕਰੀਏ ਤੇ ਹੁਣ ਤੱਕ ਹਰਿਆਣਾ, ਪੰਜਾਬ ਤੇ ਹਿਮਾਚਲ 'ਚ ਕਿਹੜੇ ਉਮੀਦਵਾਰ ਚੋਣ ਮੈਦਾਨ 'ਚ ਉਤਰਨਗੇ, ਚੋਣ ਅਖਾੜੇ 'ਚ ਉਤਰਨਗੇ, ਉਸ ਦੇ ਪੱਤੇ ਕਾਂਗਰਸ ਪਾਰਟੀ ਦੇ ਵੱਲੋਂ ਨਹੀਂ ਖੋਲੇ। ਕਾਂਗਰਸ ਆਗੂ ਰਾਣਾ ਕੇਪੀ ਨੇ ਸ਼੍ਰੀ ਅਨੰਦਪੁਰ ਸਾਹਿਬ 'ਚ ਵਧਾਈਆਂ ਨੇ ਸਿਆਸੀ ਸਰਗਰਮੀਆਂ। ਦੱਸ ਕੇ ਚੋਣ ਲੜਨ ਨੂੰ ਲੈ ਕੇ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਨੇ ਬੋਲਿਆ ਹੈ ਕਿ ਜੇ ਪਾਰਟੀ ਮੌਕਾ ਦੇਵੇਗੀ ਤਾਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜਾਂਗਾ। ਰਾਣਾ ਕੇਪੀ ਨੇ ਕਿਹਾ ਕਿ ਚੋਣਾਂ 'ਚ ਆਮ ਆਦਮੀ ਪਾਰਟੀ ਤੇ ਭਾਜਪਾ ਦੀ ਜੋ ਹੈ ਹਾਰ ਹੋਵੇਗੀ। ਅਨੰਦਪੁਰ ਸਾਹਿਬ ਦੇ ਮੌਜੂਦਾ ਸਾਂਸਦ ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਮਨੀਸ਼ ਤਿਵਾੜੀ ਦੀ ਸੀਟ ਬਦਲਣ ਨੂੰ ਲੈ ਕੇ ਵੀ ਚਰਚਾਵਾਂ ਕੀਤੀਆਂ ਜਾ ਰਹੀਆਂ। ਮਨੀਸ਼ ਤਿਵਾੜੀ ਦਾ ਨਾਮ ਅੱਗੇ ਆ ਰਿਹਾ ਹੈ ਤੇ ਆ ਵੀ ਕਿਆਸ ਲਗਾਏ ਜਾ ਰਹੇ ਨੇ ਕਿ ਕਾਂਗਰਸ ਪਾਰਟੀ ਦੇ ਵੱਲੋਂ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨਿਆ ਜਾ ਸਕਦਾ ਹੈ। ਹਾਲਾਂਕਿ ਜੋ ਰਾਣਾ ਕੇਪੀ ਦੀ ਗੱਲ ਕਰੀਏ ਤੇ ਇਹਨਾਂ ਦੇ ਵੱਲੋਂ ਜੋ ਹੈ ਸਿਆਸੀ ਸਰਗਰਮੀਆਂ ਇਸ ਲੋਕ ਸਭਾ ਸੀਟ ਤੇ ਵਧਾ ਦਿੱਤੀ ਗਈਆਂ ਨੇ ਤੇ ਚੋਣ ਲੜਨ ਨੂੰ ਲੈ ਕੇ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਨੇ ਕਿਹਾ ਕਿ ਜੇ ਪਾਰਟੀ ਮੌਕਾ ਦੇਵੇਗੀ ਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂ ਚੋਣ ਲੜਾਂਗਾ। हाँ बिल्कुल ठीक है। वर्कर ये चाहता है कि मैं इलेक्शन लड़ा, लेकिन हकीकत ये है कि मैं टिकट वास्ते अपलाई नहीं किया। मैं नहीं चाहता लड़ना, लेकिन इस दे नाल ही मैं ये भी गल कही है कि मैं पार्टी का लॉयल वर्कर है, मैं पार्टी का एक सधारण सिपाही है। अगर मेरी पार्टी मैनू हुक्म करेगी तो मैं जम के इलेक्शन लड़ूंगा, बिल्कुल तैयार है। जे किसी होर नू भी पार्टी लड़ाएगी ਤਾਂ ਮੈਂ ਆਪਣੇ ਇਲੈਕਸ਼ਨ ਨਾਲੋਂ ਵੀ ਵੱਧ ਉਹਦੀ ਮਦਦ ਕਰਕੇ ਉਸ ਸ਼ਖਸ ਨੂੰ ਲੋਕ ਸਭਾ 'ਚ ਭੇਜਣ ਵਾਸਤੇ ਆਪਣੀ ਪੂਰੀ ਤਨਦੇਹੀ ਨਾਲ ਕੰਮ ਕਰੂੰਗਾ। ਹੁਣ ਜ਼ਿਕਰ ਕਰਾਂਗੇ ਗੁਰਦਾਸਪੁਰ ਲੋਕ ਸਭਾ ਸੀਟ ਦਾ। ਗੁਰਦਾਸਪੁਰ ਸੀਟ ਦੇ ਲਈ ਪੁਰਾਣੇ ਭਾਜਪਾ ਆਗੂਆਂ ਦੇ ਵੱਲੋਂ ਬਾਗੀ ਤੇਵਰ ਵਿਖਾਏ ਜਾ ਰਹੇ ਨੇ। ਭਾਜਪਾ ਆਗੂ ਸਵਰਨ ਸਲਾਰੀਆ ਨੇ ਵੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਦੱਸ ਕਿ ਗੁਰਦਾਸਪੁਰ ਤੋਂ ਹੀ ਚੋਣ ਲੜਨ ਦਾ ਐਲਾਨ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਤੇ ਕਿਸ ਪਾਰਟੀ ਦੇ ਵੱਲੋਂ ਲੜਨਗੇ ਇਹ ਅਜੇ ਸਪਸ਼ਟ ਸਾਫ਼ ਨਹੀਂ ਕੀਤਾ ਗਿਆ। 2017 ਚ ਭਾਜਪਾ ਦੇ ਵੱਲੋਂ ਲੜ ਚੁੱਕੇ ਨੇ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ, ਜਦੋਂ ਕਿ ਵਿਨੋਦ ਖੰਨਾ ਦਾ ਦੇਹਾਂਤ ਹੋਇਆ ਸੀਗਾ। ਉਹ ਸੀਟ ਖਾਲੀ ਹੋ ਗਈ ਸੀਗੀ ਤੇ ਉਧਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਵੀ ਚੋਣ ਲੜਨ ਦੇ ਸੰਕੇਤ ਦੇ ਦਿੱਤੇ ਨੇ। ਹਾਲਾਂਕਿ ਕਵਿਤਾ ਖੰਨਾ ਨੇ ਇਹ ਸਪਸ਼ਟ ਕੀਤਾ ਹੈ ਕਿ ਉਹ ਕਿਸ ਪਾਰਟੀ ਵੱਲੋਂ ਚੋਣ ਲੜਨਗੇ। ਦੱਸ ਦਈਏ ਕਿ ਬੀਜੇਪੀ ਨੇ ਸਾਬਕਾ ਵਿਧਾਇਕ ਦਿਨੇਸ਼ ਬੱਬੂ ਨੂੰ ਆਪਣਾ ਉਮੀਦਵਾਰ ਗੁਰਦਾਸਪੁਰ ਸੀਟ ਤੋਂ ਐਲਾਨਿਆ। स्वर्ण सलारिया इलेक्शन लड़ेगा, यस 100% 2024 का इलेक्शन स्वर्ण सलारिया लोक सभा गुरदासपुर तो लड़ने जा रहा है और पार्टी के निशान पे लड़ेगा। और ये सारा डिस्क्लोज जो पार्टी का निशान है बुधवार वीरवार तक क्लियर हो जाएगा। लेकिन लड़ने नहीं जा रहा, 100% जितन वास्ते जा रहा। उसका कारण सिर्फ एक ही हैगा कि मैं लोकल किसान का पुत्र हैगा, फ्रीडम फाइटर का पुत्र हैगा, इस हल्के दे हर चीज़ को जानता क्योंकि इत्थे पैदा होया, पढ़िया है, इत्थे जिंदगी गुजारी है और एक लोअर मिडल क्लास फैमिली को बिलोंग करदा। मैनू सारे दुख तकलीफ लोगों के पते हैं। गारंटेड है कि भाजपा का कैंडिडेट अनाउंस्ड है, नो डिस्प्यूट, नो गिले शिकवे, क्योंकि ना मैं टिकट मंगी, ना मैं टिकट का कोई विरोध बिल्कुल नहीं है। जो उन्होंने किया बहुत चंगा किया। मैं ये कह सकना कि मैं टिकट लड़ रहा 100% मैंबर ऑफ पार्लियामेंट हल्का गुरदासपुर का स्वर्ण सलारिया बनने जा रहे हैं। भाजपा को तो छोड़ना ही पड़ेगा ना, क्योंकि टिकट क्लियर हो चुकी है। चलो इदा ही कह सकते हैं कि तुहानू एक 7 दिन का वेट करो।